ਹੈਲੋ ਨਰਸਿੰਗ ਆਫਿਸਰਸ, ਵੈਲਕਮ ਬੈਕ ਟੂ ਮਾਈ ਚੈਨਲ ਪੰਜਾਬ ਨਰਸਿੰਗ ਆਫਿਸਰਸ। ਜਿਵੇਂ ਕਿ ਅਸੀਂ ਲਾਸਟ ਵੀਡੀਓ ਵਿੱਚ ਕੁਝ ਕੁਐਸਚਨ ਡਿਸਕਸ ਕਰੇ ਸੀ ਜਿਹੜੇ ਕਿ ਪ੍ਰੀਵੀਅਸ ਈਅਰ 2021 ਵਿੱਚ ਬਾਬਾ ਫਰੀਦਕੋਟ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਨੇ ਪੁੱਛੇ ਸੀ ਸਟਾਫ ਨਰਸ ਦੀ ਵੈਕੈਂਸੀ ਦੇ ਵਿੱਚ। ਸੋ ਉਸ ਦੇ ਰਿਲੇਟਡ ਅਸੀਂ ਨੈਕਸਟ ਕੁਐਸਚਨ ਅੱਜ ਕਰਾਂਗੇ। ਚੱਲਦੇ ਹਾਂ ਆਪਾਂ ਫਰਸਟ ਕੁਐਸਚਨ ਤੇ। ਐਨ ਐਂਟੀਨੇਟਲ ਕਲਾਇੰਟ ਇਜ਼ ਇਨਫੋਰਮਿੰਗ ਦ ਨਰਸ ਆਫ ਹਰ ਪ੍ਰੀਨੇਟਲ ਸਾਈਨ ਐਂਡ ਸਿਮਟਮ, ਵਿਚ ਆਫ ਦ ਫੋਲੋਇੰਗ ਫਾਈਂਡਿੰਗ ਵੁੱਡ ਦ ਨਰਸ ਡਿਟਰਮਾਈਨ ਐਜ਼ ਅ presumptive sign of pregnancy? Select all that apply. Option A, frequent urination, B, breast tenderness, C, quickening, D, uterine growth, E, amenorrhea. So question ਵਿੱਚ ਸਾਨੂੰ ਕੀ ਪੁੱਛਿਆ ਗਿਆ ਹੈ ਕਿ presumptive sign of pregnancy, presumptive sign of pregnancy ਇਹਨਾਂ ਵਿੱਚੋਂ ਕਿਹੜੇ-ਕਿਹੜੇ ਨੇ ਉਹਨਾਂ ਨੂੰ ਆਪਾਂ ਟਿਕ ਕਰਨਾ ਹੈ। ਪਹਿਲਾਂ ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ presumptive sign ਹੁੰਦੇ ਕੀ ਨੇ। presumptive means presume, ਇਹ ਵਰਡ ਬਣਿਆ presume ਤੋਂ, ਜੋ ਕਿ ਮਦਰ ਜਾਂ ਪ੍ਰੈਗਨੈਂਟ ਫੀਮੇਲ ਜੋ ਸਾਨੂੰ ਦੱਸੇਗੀ, ਜੋ ਉਹ presume ਕਰੇਗੀ। ਸੋ ਇਹਨਾਂ ਵਿੱਚੋਂ ਕਿਹੜੇ-ਕਿਹੜੇ ਸਾਈਨ ਹੈ ਜਿਹੜੇ ਕਿ ਮਦਰ ਸਾਨੂੰ ਦੱਸੇਗੀ? ਜਿਵੇਂ ਫ੍ਰੀਕੁਐਂਟ ਯੂਰੀਨੇਸ਼ਨ, ਆਪਸ਼ਨ ਏ ਆਪਸ਼ਨ ਹੈ ਫ੍ਰੀਕੁਐਂਟ ਯੂਰੀਨੇਸ਼ਨ। ਸੋ ਇਹ ਵੀ ਸਾਨੂੰ ਮਦਰ ਦੱਸੇਗੀ ਕਿ ਹਾਂ ਮੈਨੂੰ ਵਾਰ-ਵਾਰ ਯੂਰੀਨੇਸ਼ਨ ਹੋ ਰਹੀ ਹੈ। ਆਪਸ਼ਨ ਬੀ ਕੀ ਸੀ? ਬ੍ਰੈਸਟ ਟੈਂਡਰਨੈਸ। ਸੋ ਬ੍ਰੈਸਟ ਟੈਂਡਰਨੈਸ ਵੀ ਸਾਨੂੰ ਮਦਰ ਦੱਸੇਗੀ। ਸੀ ਕੀ ਹੈ? ਕੁਇਕਨਿੰਗ। ਕੁਇਕਨਿੰਗ ਕੀ ਹੁੰਦੀ ਹੈ ਕਿ ਜੋ ਫਰਸਟ ਫਿਟਲ ਮੂਵਮੈਂਟ ਮਦਰ ਨੂੰ ਪਤਾ ਲੱਗਦੀ ਹੈ, ਜੋ 16 to 20th ਵੀਕਸ ਤੇ ਪਤਾ ਚੱਲਦੀ ਹੈ। ਸੋ ਇਹ ਕੁਐਸਚਨ ਵੀ ਪ੍ਰੀਵੀਅਸ ਐਗਜ਼ਾਮ ਵਿੱਚ ਪੁੱਛਿਆ ਗਿਆ ਸੀ। ਕੁਇਕਨਿੰਗ ਕਦੋਂ ਫੀਲ ਹੁੰਦੀ ਹੈ ਮਦਰ ਨੂੰ? 16 to 20th ਵੀਕ। ਇਹ ਵੀ ਸਾਨੂੰ ਮਦਰ ਦੱਸੇਗੀ ਕਿ ਮੈਨੂੰ ਇੱਕ ਮੂਵਮੈਂਟ ਹੋ ਗਈ ਹੈ। ਕੁਇਕਨਿੰਗ ਇਜ਼ ਫਰਸਟ ਫਿਟਲ ਮੂਵਮੈਂਟ ਫੀਲ ਬਾਈ ਮਦਰ। ਨੈਕਸਟ ਕੀ ਆਪਸ਼ਨ ਹੈ? ਯੂਟਰਾਈਨ ਗਰੋਥ। ਸੋ ਯੂਟਰਾਈਨ ਗਰੋਥ ਮਦਰ ਨੂੰ ਨਹੀਂ ਪਤਾ ਲੱਗੇਗੀ, ਇਹ ਸਾਨੂੰ ਅਲਟਰਾਸਾਊਂਡ ਦੁਆਰਾ ਜਾਂ ਪਲਪੇਸ਼ਨ ਦੁਆਰਾ ਪਤਾ ਲੱਗੇਗੀ। ਯੂਟਰਾਈਨ ਗਰੋਥ ਕੌਣ ਅਸੈਸ ਕਰ ਪਾਏਗਾ? ਐਗਜ਼ਾਮੀਨਰ। ਨੈਕਸਟ ਕੀ ਹੈ? ਐਮੀਨੋਰੀਆ। ਐਮੀਨੋਰੀਆ ਮੀਨਸ ਐਬਸੈਂਸ ਆਫ ਮੈਂਸਿਸ। ਸੋ ਜਦੋਂ ਵੀ ਪ੍ਰੈਗਨੈਂਸੀ ਹੁੰਦੀ ਹੈ, ਜੋ ਐਬਸੈਂਸ ਆਫ ਮੈਂਸਿਸ ਹੈ ਉਹ ਸਾਨੂੰ ਮਦਰ ਦੱਸੇਗੀ ਹਾਂ ਕਿ ਮੇਰਾ ਇੱਕ ਪੀਰੀਅਡ ਮਿਸ ਹੋ ਗਿਆ ਜਾਂ ਮੇਰੇ 2 ਪੀਰੀਅਡ ਮਿਸ ਹੋ ਗਏ ਨੇ। ਸੋ ਇਸ ਦੇ ਅਕੋਰਡਿੰਗ ਕਿਹੜੇ-ਕਿਹੜੇ ਆਪਸ਼ਨ ਪ੍ਰੀਜ਼ੰਪਟਿਵ ਸਾਈਨ ਨੂੰ ਦੱਸਦੇ ਨੇ? ਫ੍ਰੀਕੁਐਂਟ ਯੂਰੀਨੇਸ਼ਨ, ਬ੍ਰੈਸਟ ਟੈਂਡਰਨੈਸ, ਕੁਇਕਨਿੰਗ ਐਂਡ ਐਮੀਨੋਰੀਆ। ਸੋ ਯੂਟਰਾਈਨ ਗਰੋਥ ਇਹਨਾਂ ਵਿੱਚੋਂ ਪ੍ਰੀਜ਼ੰਪਟਿਵ ਸਾਈਨ ਨਹੀਂ ਹੈ। ਸੋ ਕਿਹੜੀ ਆਪਸ਼ਨ ਸਾਡੀ ਰਾਈਟ ਹੋਈ ਜਿਸ ਵਿੱਚ ਆਪਸ਼ਨ ਡੀ ਅਵੇਲੇਬਲ ਨਹੀਂ ਹੈ? ਜਿਵੇਂ ਕਿ ਆਪਸ਼ਨ ਸੀ A, B, C, E। ਸੋ ਰਾਈਟ ਆਨਸਰ ਇਜ਼ ਆਪਸ਼ਨ C। ਸੋ ਹੁਣ ਆਪਾਂ ਥੋੜਾ ਇਹਨਾਂ ਬਾਰੇ ਪੜ੍ਹਦੇ ਹਾਂ। ਸਾਡੇ ਕੋਲ 3 ਤਰ੍ਹਾਂ ਦੇ ਸਾਈਨ ਹੁੰਦੇ ਨੇ: ਪ੍ਰੀਜ਼ੰਪਟਿਵ ਸਾਈਨ, ਪ੍ਰੋਬੇਬਲ ਸਾਈਨ ਐਂਡ ਪੋਜ਼ਿਟਿਵ ਸਾਈਨ। ਪ੍ਰੀਜ਼ੰਪਟਿਵ ਸਾਈਨ ਮੈਂ ਤੁਹਾਨੂੰ ਦੱਸਿਆ ਜੋ ਕਿ ਸਾਨੂੰ ਮਦਰ ਦੱਸੇਗੀ। ਪ੍ਰੀਜ਼ੰਪਟਿਵ ਸਾਈਨ 'ਚ ਇਹ ਇੱਕ ਇੰਪੋਰਟੈਂਟ ਹੈ ਕਿ ਕੁਇਕਨਿੰਗ ਪ੍ਰੀਜ਼ੰਪਟਿਵ ਸਾਈਨ ਚਾਹੁੰਦਾ ਹੈ, ਇਹ ਤੁਸੀਂ ਯਾਦ ਰੱਖਣਾ ਹੈ। ਇਹ ਬਹੁਤ ਵਾਰ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਬਹੁਤ ਇੰਪੋਰਟੈਂਟ ਹੈ, ਬਹੁਤ ਵਾਰ ਪੁੱਛਿਆ ਵੀ ਗਿਆ। ਤੇ ਪ੍ਰੋਬੇਬਲ ਸਾਈਨ ਕਿਹੜੇ-ਕਿਹੜੇ ਹੁੰਦੇ ਨੇ? ਪ੍ਰੋਬੇਬਲ ਸਾਈਨ ਚਾਹੁੰਦਾ ਸਾਡਾ ਯੂਟਰਾਈਨ ਐਨਲਾਰਜਮੈਂਟ ਤੇ ਬਾਕੀ ਜਿੰਨੇ ਵੀ ਸਾਈਨ ਹੈ ਜਿਵੇਂ ਕਿ ਹੈਗਰ ਸਾਈਨ, ਗੁਡਲ ਸਾਈਨ, ਚੈਡਵਿਕ ਸਾਈਨ, ਬੈਲੋਟਮੈਂਟ ਐਂਡ ਬ੍ਰੈਕਸਟਨ ਹਿਕ ਕੰਟਰੈਕਸ਼ਨ। ਤੇ ਇਸ ਵਿੱਚ ਇੱਕ ਇੰਪੋਰਟੈਂਟ ਪੁਆਇੰਟ ਹੈ ਜਿਹੜਾ ਕਿ ਯੂਰਿਨ ਪ੍ਰੈਗਨੈਂਸੀ ਟੈਸਟ ਪੋਜ਼ਿਟਿਵ ਆਂਦਾ ਹੈ, ਉਹ ਪ੍ਰੋਬੇਬਲ ਸਾਈਨ ਚਾਹੁੰਦਾ ਹੈ। ਤੁਸੀਂ ਸਾਰਿਆਂ ਨੇ ਯਾਦ ਰੱਖਣਾ ਹੈ UPT ਪੋਜ਼ਿਟਿਵ ਜੋ ਆਪਾਂ HCG ਦਾ ਲੈਵਲ ਦੇਖਦੇ ਹਾਂ ਯੂਰਿਨ 'ਚ, ਉਹ ਪ੍ਰੋਬੇਬਲ ਸਾਈਨ ਹੈ। ਨੈਕਸਟ ਪੋਜ਼ਿਟਿਵ ਸਾਈਨ। ਪੋਜ਼ਿਟਿਵ ਸਾਈਨ ਕਨਫਰਮੇਟਰੀ ਸਾਈਨ ਹੁੰਦੇ ਨੇ। ਪੋਜ਼ਿਟਿਵ ਸਾਈਨ ਕਿਹੜੇ-ਕਿਹੜੇ ਹੁੰਦੇ ਨੇ? ਜਿਹੜੀ ਕਿ FHS ਆਪਾਂ ਜਾਂ ਡੋਪਲਰ ਨਾਲ ਕਰਦੇ ਹਾਂ ਜਾਂ ਫਿਰ ਫਿਟੋਸਕੋਪ ਨਾਲ ਚੈੱਕ ਕਰਦੇ ਹਾਂ। ਅਲਟਰਾਸਾਊਂਡ ਨਾਲ ਸਾਨੂੰ ਫੀਟਸ ਦੀ ਆਊਟਲਾਈਨ ਪਤਾ ਲੱਗਦੀ ਹੈ, ਜਾਂ ਫਿਰ ਐਕਸਰੇ ਵੈਸੇ ਪ੍ਰੈਗਨੈਂਸੀ 'ਚ ਅਵੋਇਡ ਕਰਦੇ ਹਾਂ ਬਟ ਐਕਸਰੇ ਵੀ ਕਨਫਰਮੇਟਰੀ ਹੈ। ਤੇ ਐਕਟਿਵ ਫਿਟਲ ਮੂਵਮੈਂਟ ਪੈਲਪੇਬਲ ਬਾਏ ਦਾ ਐਗਜ਼ਾਮੀਨਰ। ਸੋ ਜਦੋਂ ਵੀ ਐਗਜ਼ਾਮੀਨਰ ਜਾਂ ਕੋਈ ਸਟਾਫ ਪੈਲਪੇਸ਼ਨ ਕਰਦਾ ਹੈ ਤਾਂ ਉਸ ਟਾਈਮ ਉਸ ਨੂੰ ਐਕਟਿਵ ਫਿਟਲ ਮੂਵਮੈਂਟ ਫੀਲ ਹੋ ਰਹੀ ਹੈ। ਸੋ ਇਹ ਪੋਜ਼ਿਟਿਵ ਸਾਈਨ ਹੈ। ਸੋ ਸਾਡੇ 3 ਸਾਈਨ ਪੋਜ਼ਿਟਿਵ ਨੇ: FHS, ਅਲਟਰਾਸੋਨੋਗ੍ਰਾਫੀ and active fetal movement feel by the examiner during palpation। so clear ਹੋ ਗਿਆ ਹੈ। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਦੀ ਤਰਫ। A 9-year-old is about to have surgery. The physician order Mepridine 20 mg IV pre-operatively. The container reads 50 mg per ml. The nurse should administer। so ਕੁਐਸਚਨ ਵਿੱਚ ਸਾਨੂੰ ਕੀ ਦੱਸਿਆ ਗਿਆ ਹੈ ਕਿ 9 ਸਾਲ ਦਾ ਬੱਚਾ ਜਿਸ ਦੀ ਸਰਜਰੀ ਹੋਣੀ ਹੈ ਤੇ pre-operatively ਨਰਸ ਨੇ ਇੱਕ ਮੈਡੀਸਿਨ ਇੰਜੈਕਟ ਕਰਨੀ ਹੈ ਜਿਹੜੀ ਕਿ ਹੈ ਮੈਪਰੀਡਿਨ 20 mg ਦੇਣੀ ਹੈ। ਤੇ ਸਾਡੇ ਕੋਲ ਅਵੇਲੇਬਲ ਕਿੰਨੀ ਹੈ? 50 mg per ml। ਸਾਡੇ ਕੋਲ ਆਪਸ਼ਨ ਕੀ ਨੇ? 0.8 ml, ਆਪਸ਼ਨ B 0.6 ml, ਆਪਸ਼ਨ C 0.4 ml, ਆਪਸ਼ਨ D 1.0 ml। ਸਾਡੇ ਕੋਲ ਫਾਰਮੂਲਾ ਹੁੰਦਾ ਹੈ ਡਿਜ਼ਾਇਰ ਅਪਨ ਅਵੇਲੇਬਲ। ਇਹਨਾਂ ਵਿੱਚੋਂ ਯੂਨਿਟਸ ਠੀਕ ਨੇ, ਬਿਲਕੁਲ ਸੇਮ ਯੂਨਿਟਸ ਨੇ। 20 mg ਆਪਾਂ ਦੇਣਾ ਹੈ ਤੇ 50 mg ਸਾਡੇ ਕੋਲ ਅਵੇਲੇਬਲ ਹੈ। ਸੋ ਡਿਜ਼ਾਇਰ ਕਿੰਨਾ ਹੈ? 20 mg ਐਂਡ ਅਵੇਲੇਬਲ ਕਿੰਨਾ ਹੈ? 50 mg। ਸੋ ਫਾਰਮੂਲਾ ਕੀ ਬਣਿਆ? 20 upon 50 that is equal to 0.4 ml। ਸੋ ਸਾਡੀ ਕਿਹੜੀ ਆਪਸ਼ਨ ਰਾਈਟ ਹੋਈ? ਆਪਸ਼ਨ C 0.4 ml। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਦੀ ਤਰਫ। While monitoring a 53 years old client who is undergoing a treadmill stress test, which client finding will require the most immediate action? Option A, chest pain level 3 on a scale of 10. Option B, oxygen saturation of 91%. Option C, heart rate of 134 beats per minute.
ऑप्शन डी ब्लड प्रेशर ऑफ 152/88 mm of Hg। सो क्वेश्चन विच सानू की पूछा गया है कि 53 ईयर्स का कोई पेशेंट है जिसका आपां TMT करना है, ट्रेडमिल स्ट्रेस टेस्ट करना है। इन्हां विचों किहड़ी ऑप्शन है जिहड़ी कि इमीडिएट जिसदे लई सानू इमीडिएट एक्शन करना पएगा। सो पहले तो सानू पता होना चाहिए ਜਦੋਂ भी ਆਪਾਂ TMT ਕਰਦੇ ਆਂ किस ਲਈ ਚੈੱਕ ਕਰਨ ਲਈ ਕਰਦੇ ਆਂ, acute coronary syndrome ਲਈ। chest pain level of 3 on the scale of 10। ਸੋ ਸਾਡੀ ਰਾਈਟ ਆਪਸ਼ਨ ਚੈਸਟ ਪੇਨ ਹੀ ਹੈ, ਕਿਉਂਕਿ ਜਦੋਂ ਵੀ ਆਪਾਂ TMT ਕਰਦੇ ਆ ਇਟ ਮੀਨਸ ਕਿ ਪੇਸ਼ੈਂਟ ਨੂੰ ਚੈਸਟ ਪੇਨ ਹੋ ਰਹੀ ਹੈ। ਦਿਸ ਮੀਨਸ ਕਿ ਡਿਜ਼ਨੀਆ ਔਨ ਐਗਜ਼ਰਸ਼ਨ, ਕਿ ਪੇਸ਼ੈਂਟ ਨੂੰ ਐਗਜ਼ਰਸ਼ਨ ਤੇ ਡਿਜ਼ਨੀਆ ਹੋ ਰਿਹਾ ਹੈ, ਸਾਹ ਲੈਣ 'ਚ ਦਿੱਕਤ ਆ ਰਹੀ ਹੈ। ਤਾਂ ਇਸ ਦਾ ਮਤਲਬ ਕੀ ਹੈ ਕਿ ਐਕਿਊਟ ਕੋਰੋਨਰੀ ਸਿੰਡਰੋਮ ਹੋ ਸਕਦਾ ਹੈ ਕਿ ਜੋ ਕੋਰੋਨਰੀ ਆਰਟਰੀ ਹੈ ਉਹ ਹਾਰਟ ਨੂੰ ਸਪਲਾਈ ਪ੍ਰੋਪਰਲੀ ਨਹੀਂ ਕਰ ਪਾ ਰਹੀ ਹੈ। ਠੀਕ ਹੈ, ਤੇ ਨੈਕਸਟ ਜਿਹੜੀ ਆਪਸ਼ਨ ਸੀਗੀ ਸਾਡੀ ਬੀ ਆਪਸ਼ਨ, ऑक्सीजन सैचुरेशन ऑफ 91%। सो वैसे नॉर्मली अडल्ट दी 90 to 100 नॉर्मल ਆਪਾਂ ਮੰਨਦੇ ਆ, ਤੇ ਜਿਹੜੇ ਨਿਊਬੋਰਨ ਹੁੰਦੇ ਆ ਉਹਨਾਂ ਤੋਂ 95% ਤੋਂ ਉੱਪਰ ਆਕਸੀਜਨ ਸੈਚੁਰੇਸ਼ਨ ਇਜ਼ ਨਾਰਮਲ। ਸੋ ਇਹ ਆਪਸ਼ਨ ਨਾਰਮਲ ਹੈ। ਐਂਡ ਹਾਰਟ ਰੇਟ ਆਫ 134 ਬੀਟਸ ਪਰ ਮਿੰਟ। ਜਦੋਂ ਵੀ ਕੋਈ ਵਾਕ ਕਰਦੇ ਆ ਜਾਂ ਰਨਿੰਗ ਕਰਦੇ ਆ ਤਾਂ ਹਾਰਟ ਰੇਟ ਥੋੜੀ ਜ਼ਿਆਦਾ ਹੁੰਦੀ ਹੈ, ਤੇ ਜਦੋਂ ਵੀ ਆਪਾਂ ਵਾਕ ਤੋਂ ਬਾਅਦ ਰੈਸਟ ਤੇ ਆਉਂਦੇ ਆ ਤੇ ਇਹ ਆਪਣੇ ਆਪ ਨਾਰਮਲ ਚਲੀ ਜਾਏਗੀ। ਤੇ ਨੈਕਸਟ ਆਪਸ਼ਨ ਕੀ ਹੈ, ਬਲੱਡ ਪ੍ਰੈਸ਼ਰ ਆਫ 152/88 mm of Hg। ਜਿਵੇਂ ਕਿ ਕੁਐਸਚਨ 'ਚ ਇਨਫੋਰਮੇਸ਼ਨ ਦਿੱਤੀ ਹੋਈ ਹੈ ਕਿ 53 ਈਅਰਸ ओल्ड पेशेंट है, सो इतना BP इट्स नॉर्मल। ठीक है, 152 एंड डायस्टोलिक इज विद इन नॉर्मल लिमिट। सो साडी राइट ऑप्शन केड़ी हुई, चेस्ट पेन लेवल 3। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ। ਵਿਚ ਆਫ ਦਾ ਫੋਲੋਇੰਗ ਵੁੱਡ ਦ ਨਰਸ ਐਕਸਪੈਕਟ to assess in a client with long term mal adaptation to stressful event? Option A pulse 100 BP 150/94 mm of Hg। Option B ulcerative colitis। Option C profuse diaphoresis। Option D diarrhea। तो सानू पहला ये पता होना चाहिए ਜਦੋਂ ਵੀ ਸਟ੍ਰੈਸ ਹੁੰਦੀ ਹੈ, ਜਦੋਂ acute ਸਟ੍ਰੈਸ ਹੁੰਦੀ ਹੈ ਤਾਂ ਮੋਸਟਲੀ ਜੋ ਹਾਰਟ ਦੇ ਰਿਲੇਟਡ ਸਿੰਪਟਮ ਆਉਂਦੇ ਨੇ, ਤੇ ਜਦੋਂ ਪੇਸ਼ੈਂਟ ਨੂੰ ਲੌਂਗ ਟਰਮ ਸਟ੍ਰੈਸ ਹੁੰਦੀ ਹੈ, ਠੀਕ ਹੈ, ਪ੍ਰੋਲੋਂਗ ਸਟ੍ਰੈਸ ਹੁੰਦੀ ਹੈ ਤਾਂ GI ਸਿਸਟਮ ਡਿਸਟਰਬ ਹੁੰਦਾ ਹੈ। ਜਦੋਂ ਵੀ ਸਟ੍ਰੈਸ ਹੁੰਦੀ ਹੈ ਤਾਂ ਸਾਡਾ ਜਿਹੜਾ ਸਿੰਪੈਥੈਟਿਕ ਨਰਵਸ ਸਿਸਟਮ ਐਕਟੀਵੇਟ ਹੁੰਦਾ ਹੈ, ਜਿਸ ਨਾਲ ਕੀ ਹੁੰਦਾ ਹੈ, ਐਕਿਊਟ ਰਿਸਪੌਂਸ ਕੀ ਹੁੰਦਾ ਹੈ ਕਿ ਹਾਰਟ ਰੇਟ ਇਨਕਰੀਜ਼ ਹੋਏਗੀ, BP ਇਨਕਰੀਜ਼ ਹੋਏਗਾ, ਬ੍ਰੌਂਕੀਅਲਸ ਵਗੈਰਾ ਡਾਇਲੇਟ ਹੋਣਗੇ ਤੇ ਪੈਰਿਸਟਾਲਸਿਸ ਮੂਵਮੈਂਟ ਡਿਕਰੀਜ਼ ਹੁੰਦੀ ਹੈ। ਪਰ ਜਦੋਂ ਪੇਸ਼ੈਂਟ ਨੂੰ ਲੌਂਗ ਟਰਮ ਸਟ੍ਰੈਸ ਹੁੰਦੀ ਹੈ ਕਿ ਬਹੁਤ ਲੰਬੇ ਟਾਈਮ ਤੋਂ ਸਟ੍ਰੈਸ ਚੱਲੀ ਜਾ ਰਿਹਾ, ਜਿਸ ਨਾਲ ਕੀ ਹੋਏਗਾ ਕਿ ਲੰਬੇ ਸਮੇਂ ਲਈ ਜੋ GI ਸਿਸਟਮ ਹੈ ਉਸਨੂੰ ਬਲੱਡ ਸਪਲਾਈ ਡਿਕਰੀਜ਼ ਹੋ ਜਾਂਦੀ ਹੈ। ਠੀਕ ਹੈ, ਜਦੋਂ ਵੀ ਸਿੰਪੈਥੈਟਿਕ ਸਿਸਟਮ ਐਕਟੀਵੇਟ ਹੁੰਦਾ ਹੈ, ਸਿਰਫ ਦੋ ਸਿਸਟਮ ਹੁੰਦੇ ਜਿਨ੍ਹਾਂ ਨੂੰ ਬਲੱਡ ਸਪਲਾਈ ਡਿਕਰੀਜ਼ ਹੁੰਦੀ ਹੈ। ਉਹ ਕਿਹੜੇ ਹੁੰਦੇ ਆ, ਜੈਨਿਟੋ ਯੂਰੀਨਰੀ ਸਿਸਟਮ ਐਂਡ GI ਸਿਸਟਮ। ਸੋ ਜਦੋਂ ਕਿਸੇ ਆਰਗਨਸ ਨੂੰ ਜਾਂ ਕਿਸੇ ਸਿਸਟਮ ਨੂੰ ਸਪਲਾਈ ਡਿਕਰੀਜ਼ ਹੋਏਗੀ ਤਾਂ ਉਸਦੇ ਰਿਲੇਟਡ ਸਿੰਪਟਮ ਆਣਗੇ। ਸੋ GI ਸਿੰਪਟਮ ਚ ਕੀ ਅਲਸਰੇਟਿਵ ਕੋਲਾਈਟਿਸ ਹੋ ਸਕਦਾ ਹੈ। ਅਕੋਰਡਿੰਗ ਟੂ ਕੁਐਸਚਨ ਸਾਨੂੰ ਪੁੱਛਿਆ ਗਿਆ ਹੈ ਕਿ ਲੌਂਗ ਟਰਮ ਮਾਲ ਅਡੈਪਟੇਸ਼ਨ ਟੂ ਸਟ੍ਰੈਸਫੁਲ ਇਵੈਂਟ। ਸੋ ਲੌਂਗ ਟਰਮ ਮਾਲ ਅਡੈਪਟੇਸ਼ਨ ਟੂ ਸਟ੍ਰੈਸਫੁਲ ਇਵੈਂਟ ਕੀ ਹੋਏਗਾ, ਅਲਸਰੇਟਿਵ ਕੋਲਾਈਟਿਸ। ਆਪਸ਼ਨ ਬੀ ਇਜ਼ ਰਾਈਟ ਆਨਸਰ। ਸੋ ਜਿਹੜੀ ਪਲਸ 100 ਹੈ, BP 100 ਹੈ, ਇਹ ਐਕਿਊਟ ਰਿਸਪੌਂਸ ਹੋਏਗਾ। ਅਗਰ ਤੁਹਾਨੂੰ ਕੁਐਸਚਨ ਦੀ ਲੈਂਗੁਏਜ ਪੁੱਛਿਆ ਹੁੰਦਾ ਕਿ ਐਕਿਊਟ ਸਟ੍ਰੈਸ ਚ ਕੀ ਹੋਏਗਾ, ਦੈਨ ਆਪਸ਼ਨ A ਰਾਈਟ ਹੋਣੀ ਸੀ। ਬਟ ਤੁਹਾਨੂੰ ਪੁੱਛਿਆ ਗਿਆ ਹੈ ਕਿ ਲੌਂਗ ਟਰਮ ਮਾਲ ਅਡੈਪਟੇਸ਼ਨ ਟੂ ਸਟ੍ਰੈਸਫੁਲ ਇਵੈਂਟ, ਦੈਨ GI ਸਿਸਟਮ ਡਿਸਟਰਬ ਹੋਏਗਾ। ਆਪਸ਼ਨ B ਅਲਸਰੇਟਿਵ ਕੋਲਾਈਟਿਸ। ਤੇ ਇਸ ਵਿੱਚ ਆਪਾਂ ਬੋਲ ਰਹੇ ਹਾਂ ਕਿ GI ਸਿਸਟਮ ਡਿਸਟਰਬ ਹੋਏਗਾ ਤੇ ਡਾਇਰੀਆ ਇਸ ਦੀ ਆਪਸ਼ਨ ਕਿਉਂ ਨਹੀਂ ਹੈ, ਕਿਉਂਕਿ ਜਦੋਂ ਵੀ ਸਿੰਪੈਥੈਟਿਕ ਸਿਸਟਮ ਐਕਟੀਵੇਟ ਹੁੰਦਾ ਹੈ ਤਾਂ ਕਨਸਟੀਪੇਸ਼ਨ ਹੁੰਦੀ ਹੈ, ਡਾਇਰੀਆ ਨਹੀਂ ਹੋਏਗਾ। ਸੋ ਸਾਡੀ ਇਹ ਆਪਸ਼ਨ ਰੋਂਗ ਹੋ ਗਈ, D ਆਪਸ਼ਨ ਰੋਂਗ ਹੋ ਗਈ ਕਿ ਜਦੋਂ ਵੀ ਸਿੰਪੈਥੈਟਿਕ ਨਰਵਸ ਸਿਸਟਮ ਐਕਟੀਵੇਟ ਹੋਏਗਾ ਤਾਂ ਕਨਸਟੀਪੇਸ਼ਨ ਹੋਏਗੀ, ਨਾ ਕਿ ਡਾਇਰੀਆ। ਰਾਈਟ ਆਨਸਰ ਇਜ਼ ਆਪਸ਼ਨ B ਅਲਸਰੇਟਿਵ ਕੋਲਾਈਟਿਸ। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਦੀ ਤਰਫ। ਅ ਕੈਟਾਬੋਲਿਕ ਐਂਜ਼ਾਈਮ ਇਜ਼ ਆਪਸ਼ਨ A joins two or more substances into larger molecule। Option B cleavages a molecule into two or more parts। Option C insert a substance between two or more existing molecule। Option D act as a chemical messenger between amino acid। कैटाबोलिज्म की है, ਸਾਡੇ ਕੋਲ ਜਦੋਂ ਵੀ ਮੈਟਾਬੋਲਿਜ਼ਮ ਹੁੰਦੀ ਹੈ ਸਾਡੇ ਕੋਲ ਦੋ ਟਾਈਪਸ ਦੀ ਪ੍ਰੋਸੈਸਸ ਹੁੰਦੀਆਂ ਨੇ, ਦੋ ਟਾਈਪ ਦੇ ਰਿਐਕਸ਼ਨਸ ਹੁੰਦੇ ਨੇ, ਐਨਾਬੋਲਿਕ ਐਂਡ ਕੈਟਾਬੋਲਿਕ। ਸੋ ਕੈਟਾਬੋਲਿਕ ਦਾ ਮਤਲਬ ਕੀ ਹੈ, ਕੈਟਾਬੋਲਿਕ ਮੀਨਸ ਟੂ ਕੱਟ। ਸਾਨੂੰ ਕੁਐਸਚਨ ਤੋਂ ਹੀ ਕਲੀਅਰ ਹੋ ਰਿਹਾ ਹੈ ਕਿ ਟੂ ਕੱਟ। ਸੋ ਸਾਡੀ ਕਿਹੜੀ ਆਪਸ਼ਨ ਰਾਈਟ ਹੋਏਗੀ, ਆਪਸ਼ਨ B। ਇਹ ਦੋ ਮੋਲੀਕਿਊਲ ਨੂੰ ਛੋਟੇ ਛੋਟੇ ਪਾਰਟਸ 'ਚ ਡਿਵਾਈਡ ਕਰਦਾ ਹੈ। ਕਲੀਵੇजेस ਆ ਮੋਲੀਕਿਊਲ ਇਨਟੂ ਟੂ ਔਰ ਮੋਰ ਪਾਰਟਸ। ਸੋ ਐਵੇਂ ਜੇ ਐਗਜ਼ਾਮੀਨਰ ਸਾਨੂੰ ਪੁੱਛਦਾ ਹੁੰਦਾ ਕਿ ਐਨਾਬੋਲਿਕ ਐਂਜ਼ਾਈਮ ਕੀ ਹੈ, ਸੋ ਸਾਡੀ ਫਰਸਟ ਆਪਸ਼ਨ ਰਾਈਟ ਹੋਣੀ ਸੀ ਐਨਾਬੋਲਿਕ ਦੇ ਕੇਸ ਵਿੱਚ।
ਸੋ ਰਾਈਟ ਆਪਸ਼ਨ ਇਜ਼ ਆਪਸ਼ਨ ਬੀ। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਦੀ ਤਰਫ। ਅ ਪੇਸ਼ੈਂਟ ਹੂ ਹੈਡ ਰੀਸੈਂਟ ਸਰਜਰੀ ਹੈਜ਼ ਬੀਨ ਵੋਮਿਟਿੰਗ and become dizzy while standing up to go to the bathroom. After assessing the patient back to the bed, the nurse notes that the BP is 55/30 and pulse is 140. The nurse hang which of the following IV fluid to correct this condition? Option A, D5.45% NS at 50 ml per hour. Option B, 0.9% NS at an open rate. Option C, D5 with water at 125 ml per hour. Option D, 0.45% NS at an open rate. So ਜਦੋਂ ਵੀ ਪੇਸ਼ੈਂਟ ਦੀ ਸਰਜਰੀ ਹੋਈ ਹੈ, ਸਾਨੂੰ ਕੁਐਸਚਨ 'ਚ ਕੀ ਇਨਫੋਰਮੇਸ਼ਨ ਦਿੱਤੀ ਹੈ ਕਿ ਪੇਸ਼ੈਂਟ ਦੀ ਸਰਜਰੀ ਹੋਈ ਹੈ, ਪੇਸ਼ੈਂਟ ਨੂੰ ਵੋਮਿਟਿੰਗ ਹੋ ਰਹੀ ਹੈ ਐਂਡ ਪੇਸ਼ੈਂਟ ਡਿਜ਼ੀ ਫੀਲ ਕਰ ਰਿਹਾ ਹੈ। ਪੇਸ਼ੈਂਟ ਦਾ ਬੀਪੀ ਕਿੰਨਾ ਹੈ 55/30, ਠੀਕ ਹੈ, ਮੀਨਸ ਪੇਸ਼ੈਂਟ ਨੂੰ ਹਾਈਪੋਟੈਂਸ਼ਨ ਹੈ ਐਂਡ ਪਲਸ ਰੇਟ ਇਜ਼ 140 ਤੇ ਪੇਸ਼ੈਂਟ ਨੂੰ ਟੈਕੀਕਾਰਡੀਆ ਹੈ। ਇਸ ਦੇ ਨਾਲ ਆਪਾਂ ਨੂੰ ਕੀ ਇਨਫੋਰਮੇਸ਼ਨ ਮਿਲਦੀ ਹੈ ਕਿ ਪੇਸ਼ੈਂਟ ਨੂੰ ਹਾਈਪੋਵੋਲੇਮਿਕ ਸ਼ੌਕ ਹੋਇਆ ਹੈ, ਬਿਕੋਜ਼ ਇੱਕ ਤਾਂ ਵੋਮਿਟਿੰਗ ਹੋ ਰਹੀ ਹੈ, ਇੱਕ ਡਿਊਰਿੰਗ ਸਰਜਰੀ ਮੇਬੀ ਪੇਸ਼ੈਂਟ ਦਾ ਬਲੱਡ ਲਾਸ ਹੋਇਆਗਾ ਜਿਸ ਕਾਰਨ ਉਸ ਨੂੰ ਹਾਈਪੋਵੋਲੇਮਿਕ ਸ਼ੌਕ ਹੋਇਆ। ਸੋ ਜਦੋਂ ਵੀ ਹਾਈਪੋਵੋਲੇਮਿਕ ਸ਼ੌਕ ਹੁੰਦਾ ਹੈ ਉਦੋਂ ਆਪਾਂ ਆਈਸੋਟੋਨਿਕ ਸੋਲੂਸ਼ਨ ਦੇਣੇ ਹੁੰਦੇ ਹਨ। ਸੋ ਸਾਨੂੰ ਪਤਾ ਹੈ ਕਿ ਆਈਸੋਟੋਨਿਕ ਸੋਲੂਸ਼ਨ ਕਿਹੜਾ ਹੈ ਇਹਨਾਂ ਵਿੱਚੋਂ? ਆਪਸ਼ਨ ਬੀ 0.9% NS at an open rate. ਸੋ ਜਦੋਂ ਵੀ ਪੇਸ਼ੈਂਟ ਦਾ ਹਾਈਪੋਟੈਂਸ਼ਨ ਹੋ ਰਹੀ ਹੈ ਤੇ ਪੇਸ਼ੈਂਟ ਨੂੰ ਟੈਕੀਕਾਰਡੀਆ ਤਾਂ ਅਸੀਂ ਆਈਸੋਟੋਨਿਕ 0.9% NS ਓਪਨ ਰੇਟ ਤੇ ਪੇਸ਼ੈਂਟ ਨੂੰ ਰਸ਼ ਕਰਨਾ ਹੁੰਦਾ ਹੈ। ਸੋ ਸਾਡੀ ਬੀ ਆਪਸ਼ਨ ਇਜ਼ ਰਾਈਟ ਆਨਸਰ। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ। ਅ ਪੇਸ਼ੈਂਟ ਵਿਦ ਸੀਰਮ ਸੋਡੀਅਮ ਲੈਵਲ ਆਫ 115 ਮਿਲੀ ਇਕੁਇਵਲੈਂਟ ਪਰ ਲੀਟਰ ਹੈਜ਼ ਬੀਨ ਰਿਸੀਵਿੰਗ 3% NS at 50 ml per hour for 16 hours. This morning the patient feel tired and shortness of breath. Which of the following intervention is a priority? Option A, to turn down the infusion. Option B, to check the latest sodium level. Option C, to assess the sign of fluid overload. Option D, to place call to the physician. Question ਵਿੱਚ ਸਾਨੂੰ ਕੀ ਇਨਫੋਰਮੇਸ਼ਨ ਦਿੱਤੀ ਗਈ ਹੈ ਕਿ ਪੇਸ਼ੈਂਟ ਦਾ ਸੀਰਮ ਸੋਡੀਅਮ ਲੈਵਲ 115 ਮਿਲੀ ਇਕੁਇਵਲੈਂਟ ਪਰ ਲੀਟਰ ਹੈ, ਮੀਨਸ ਕਿ ਪੇਸ਼ੈਂਟ ਨੂੰ ਹਾਈਪੋਨੈਟਰੀਮੀਆ ਹੈ। ਸੋ ਨਾਰਮਲ ਸੋਡੀਅਮ ਲੈਵਲ ਕਿੰਨਾ ਹੁੰਦਾ ਹੈ? ਨਾਰਮਲ ਸੋਡੀਅਮ ਲੈਵਲ 135 to 145 ਮਿਲੀ ਇਕੁਇਵਲੈਂਟ ਪਰ ਲੀਟਰ ਹੁੰਦਾ ਹੈ ਤੇ ਜਿਸ ਦੇ ਕਾਰਨ ਆਪਾਂ ਹਾਈਪੋਨੈਟਰੀਮੀਆ ਨੂੰ ਟ੍ਰੀਟ ਕਰਨ ਲਈ ਪੇਸ਼ੈਂਟ ਨੂੰ ਕੀ ਦੇ ਰਹੇ ਹਾਂ? 3% NS at 50 ml per hour for 16 hours. ਸੋ ਜਦੋਂ ਵੀ ਇਦਾਂ ਦੀ ਕੰਡੀਸ਼ਨ ਹੈ ਕਿ ਪੇਸ਼ੈਂਟ ਨੂੰ ਤੇ ਉਸ ਤੋਂ ਬਾਅਦ ਪੇਸ਼ੈਂਟ ਨੂੰ ਕੀ ਹੋਇਆ, ਪੇਸ਼ੈਂਟ ਟਾਇਰਡ ਫੀਲ ਕਰ ਰਿਹਾ ਹੈ ਤੇ ਪੇਸ਼ੈਂਟ ਨੂੰ ਸਾਹ ਲੈਣ 'ਚ ਦਿੱਕਤ ਆ ਰਹੀ ਹੈ। ਸੋ ਆਪਾਂ ਇਸ ਕੰਡੀਸ਼ਨ ਵਿੱਚ ਕੀ ਕਰਾਂਗੇ? ਸੋ ਸਾਨੂੰ ਪਤਾ ਹੈ ਕਿ ਜਦੋਂ ਵੀ ਆਪਾਂ ਸੋਡੀਅਮ ਬੋਡੀ 'ਚ ਦਿੰਦੇ ਹਾਂ ਤਾਂ ਸੋਡੀਅਮ ਦਾ ਕੰਮ ਕੀ ਹੁੰਦਾ ਹੈ? ਸੋਡੀਅਮ ਵਾਟਰ ਰਿਟੇਨ ਕਰਦਾ ਹੈ। ਜਦੋਂ ਵੀ ਵਾਟਰ ਰਿਟੇਨ ਕਰੇਗਾ ਜਿਸ ਨਾਲ ਕੀ ਹੋਏਗਾ? ਫਲੂਇਡ ਓਵਰਲੋਡ ਦੇ ਚਾਂਸਸ ਹੁੰਦੇ ਨੇ। ਸਾਡੀ ਕਿਹੜੀ ਆਪਸ਼ਨ ਰਾਈਟ ਹੋਏਗੀ? ਆਪਸ਼ਨ ਸੀ, ਟੂ ਅਸੈਸ ਦਾ ਸਾਈਨ ਆਫ ਫਲੂਇਡ ਓਵਰਲੋਡ। ਸੋ ਆਪਸ਼ਨ ਸੀ ਇਜ਼ ਰਾਈਟ ਆਨਸਰ। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਦੀ ਤਰਫ। ਦ ਨਰਸ ਇਜ਼ ਕੇਅਰਿੰਗ ਫॉर ਅ ਪੇਸ਼ੈਂਟ ਆਫਟਰ ਸੈਰੀਬਰਲ ਐਂਜੀਓਗ੍ਰਾਫੀ ਵਿਦ ਕੈਥੇਟਰ insertion via left groin. Which of the following symptom denote an allergic reaction to contrast medium? Option A, discomfort in the left groin. Option B, hypothermia. Option C, stridor. Option D, hematoma in left groin. So cerebral angiography ਹੋਈ ਹੈ ਕਿਸੇ ਪੇਸ਼ੈਂਟ ਦੀ। ਸੋ ਕੈਥੇਟਰ ਆਪਾਂ ਕਿੱਥੇ ਇਨਸਰਟ ਕਰਿਆ ਸੀ? ਲੈਫਟ ਗ੍ਰੋਇਨ 'ਚ। ਸੋ ਆਪਾਂ ਨੂੰ ਇਹਨਾਂ ਵਿੱਚੋਂ ਕਿਹੜੀ ਆਪਸ਼ਨ ਤੋਂ ਪਤਾ ਲੱਗਦਾ ਹੈ ਕਿ ਪੇਸ਼ੈਂਟ ਨੂੰ ਅਲਰਜਿਕ ਰਿਐਕਸ਼ਨ ਹੋਇਆ ਕੰਟਰਾਸਟ ਮੀਡੀਅਮ 'ਚ? ਸੋ ਸਭ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਸੈਰੀਬਰਲ ਐਂਜੀਓਗ੍ਰਾਫੀ ਹੈ ਕੀ ਆ। ਇਹ ਪ੍ਰੋਸੀਜਰ ਹੈ ਜਿਸ ਵਿੱਚ ਆਪਾਂ ਕੰਟਰਾਸਟ ਡਾਈ ਇਨਸਰਟ ਕਰਦੇ ਹਾਂ ਤੇ ਪੇਸ਼ੈਂਟ ਦਾ ਐਕਸ-ਰੇ ਕਰਦੇ ਹਾਂ ਟੂ ਚੈੱਕ ਦਾ ਬਲੱਡ ਫਲੋ ਟੂ ਦਾ ਬ੍ਰੇਨ। ਸੋ ਇਹ ਕਿਹੜੀ ਕੰਡੀਸ਼ਨ 'ਚ ਆਪਾਂ ਯੂਜ਼ ਕਰਦੇ ਹਾਂ? ਸਟ੍ਰੋਕ ਵਿੱਚ, ਕਿ ਕਿਹੜੀ ਵੈਸਲ ਬਲੌਕ ਹੋਈ ਹੈ ਚੈੱਕ ਕਰਨ ਲਈ। ਇਸ ਦੇ ਵਿੱਚ ਇੱਕ ਇੰਪੋਰਟੈਂਟ ਪੁਆਇੰਟ ਹੈ, ਕਿਹੜਾ ਕੰਟਰਾਸਟ ਮੀਡੀਅਮ ਯੂਜ਼ ਕੀਤਾ ਜਾਂਦਾ ਹੈ? ਆਇਓਡੀਨ ਯੂਜ਼ ਕਰਦੇ ਹਾਂ। ਆਇਓਡੀਨੇਟਡ ਕੰਟਰਾਸਟ ਮੀਡੀਅਮ ਇਜ਼ ਯੂਜ਼ਡ। ਸੋ ਜਿਸ ਦੇ ਕਾਰਨ ਅਲਰਜਿਕ ਰਿਐਕਸ਼ਨ ਹੋ ਸਕਦਾ ਹੈ ਪੇਸ਼ੈਂਟ ਨੂੰ। ਸੋ ਇਹਨਾਂ ਵਿੱਚੋਂ ਕਿਹੜੀ ਆਪਸ਼ਨ ਸਾਨੂੰ ਦੱਸ ਰਹੀ ਹੈ ਕਿ ਪੇਸ਼ੈਂਟ ਨੂੰ ਅਲਰਜਿਕ ਰਿਐਕਸ਼ਨ ਹੈ? ਆਪਸ਼ਨ ਸੀ, ਸਟ੍ਰਾਈਡਰ। ਸਟ੍ਰਾਈਡਰ ਇਜ਼ ਹਾਈ ਪਿਚਡ ਰੈਸਪੀਰੇਟਰੀ ਸਾਊਂਡ ਹੈ ਜਿਹੜੀ ਕਿ ਕਦੋਂ ਹੁੰਦੀ ਹੈ? ਜਦੋਂ ਅਪਰ ਏਅਰਵੇ ਦੀ ਓਬਸਟ੍ਰਕਸ਼ਨ ਹੁੰਦੀ ਹੈ। ਸੋ ਆਪਸ਼ਨ ਸੀ ਇਜ਼ ਰਾਈਟ ਆਨਸਰ। ਇਹਨਾਂ ਵਿੱਚੋਂ ਬਾਕੀ ਆਪਸ਼ਨ ਕਿਉਂ ਗਲਤ ਨੇ? ਡਿਸਕੰਫਰਟ ਇਨ ਦਾ ਲੈਫਟ ਗ੍ਰੋਇਨ, ਜਦੋਂ ਵੀ ਕੈਥੇਟਰ ਇਨਸਰਟ ਕਰਦੇ ਹਾਂ ਥੋੜਾ ਬਹੁਤ ਡਿਸਕੰਫਰਟ ਪੇਸ਼ੈਂਟ ਨੂੰ ਹੋਏਗਾ। ਆਪਸ਼ਨ ਬੀ ਕੀ ਹੈ? ਹਾਈਪੋਥਰਮੀਆ। ਪੇਸ਼ੈਂਟ ਨੂੰ ਹਾਈਪੋਥਰਮੀਆ ਨਹੀਂ, ਹਾਈਪਰਥਰਮੀਆ ਮੇ ਵੀ ਹੋ ਸਕਦਾ ਹੈ। ਠੀਕ ਹੈ। ਨੈਕਸਟ ਕੀ ਆਪਸ਼ਨ ਸੀਗੀ ਸਾਡੀ? ਹੈਮਾਟੋਮਾ
ਹੈਮਾਟੋਮਾ ਇਨ ਲੈਫਟ ਗ੍ਰੋਇਨ। ਪੇਸ਼ੈਂਟ ਨੂੰ ਹੈਮਾਟੋਮਾ ਹੋ ਸਕਦਾ ਹੈ ਬਟ ਇਹ ਅਲਰਜੀਕ ਰਿਐਕਸ਼ਨ ਦਾ ਸਾਈਨ ਨਹੀਂ ਹੈ, ਠੀਕ ਹੈ। ਤੇ ਐਗਜ਼ਾਮੀਨਰ ਤੁਹਾਨੂੰ ਇਹ ਵੀ ਪੁੱਛ ਸਕਦਾ ਹੈ ਕਿ ਮੋਸਟ ਕਾਮਨ ਕੰਪਲਿਕੇਸ਼ਨ ਆਫਟਰ ਸੈਰੀਬਰਲ ਐਂਜੀਓਗ੍ਰਾਫੀ। ਅਗਰ ਐਗਜ਼ਾਮੀਨਰ ਨੇ ਤੁਹਾਨੂੰ ਕੁਐਸਚਨ ਵਿੱਚ ਪੁੱਛਿਆ ਹੁੰਦਾ ਕਿ ਮੋਸਟ ਕਾਮਨ ਕੰਪਲਿਕੇਸ਼ਨ ਆਫਟਰ ਸੈਰੀਬਰਲ ਐਂਜੀਓਗ੍ਰਾਫੀ, ਤਾਂ ਆਪਸ਼ਨ ਡੀ ਸਾਡੀ ਰਾਈਟ ਹੋਣੀ ਸੀ ਕਿ ਹੈਮਾਟੋਮਾ ਮੋਸਟ ਕਾਮਨ ਕੰਪਲਿਕੇਸ਼ਨ ਹੈ ਆਫਟਰ ਸੈਰੀਬਰਲ ਐਂਜੀਓਗ੍ਰਾਫੀ। ਸੋ ਸਾਡੀ ਰਾਈਟ ਆਪਸ਼ਨ ਕਿਹੜੀ ਹੈ? ਆਪਸ਼ਨ ਸੀ ਸਟਰਾਈਡਰ। ਤੇ ਇਸ ਵਿੱਚ ਇੱਕ ਹੋਰ ਕੁਐਸਚਨ ਬਣਦਾ ਹੈ ਕਿ ਜਦੋਂ ਵੀ ਕਿਸੇ ਪੇਸ਼ੈਂਟ ਦੀ ਸੈਰੀਬਰਲ ਐਂਜੀਓਗ੍ਰਾਫੀ ਹੋਣੀ ਹੈ ਤਾਂ ਆਪਾਂ ਨੂੰ ਹਿਸਟਰੀ ਵਿੱਚ ਕੀ ਪੁੱਛਣਾ ਹੈ? ਆਪਾਂ ਪੇਸ਼ੈਂਟ ਦੀ ਹਿਸਟਰੀ ਵਿੱਚ ਪੁੱਛਣਾ ਹੈ ਕਿ ਉਸਨੂੰ ਆਇਓਡੀਨ ਤੋਂ ਅਲਰਜੀ ਤਾਂ ਨਹੀਂ ਹੈ, ਠੀਕ ਹੈ। ਅਗਰ ਉਹਦੀ ਪੇਸ਼ੈਂਟ ਦੀ ਪ੍ਰੀਵੀਅਸ ਹਿਸਟਰੀ ਹੈ ਕਿ ਉਸਨੂੰ ਆਇਓਡੀਨ ਤੋਂ ਅਲਰਜੀ ਹੈ, ਦੈਨ ਆਪਾਂ ਕੰਟਰਾਸਟ ਮੀਡੀਅਮ ਆਇਓਡੀਨ ਨਹੀਂ ਯੂਜ਼ ਕਰਾਂਗੇ। ਸੋ ਆਪਾਂ ਇਹ ਫਿਜ਼ੀਸ਼ੀਅਨ ਨੂੰ ਇਨਫੋਰਮ ਕਰਨਾ ਹੈ। ਸੋ ਇਹ ਸੀ ਅੱਜ ਦੇ ਕੁਐਸਚਨ। ਆਈ ਹੋਪ ਤੁਹਾਨੂੰ ਕੁਐਸਚਨ ਸਮਝ ਆ ਗਏ ਹੋਣਗੇ। ਸੋ ਐਵੇਂ ਹੀ ਚੈਨਲ ਤੇ ਬਣੇ ਰਹੋ। ਸਾਡਾ ਚੈਨਲ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ। ਥੈਂਕ ਯੂ।